Hello everyone. Today our subject is fundamental of income tax. So ਇਹਦੇ ਵਿੱਚ ਅੱਜ ਆਪਣਾ ਟੌਪਿਕ ਹੈਗਾ ਆਮਦਨ ਕਰ ਨਿਪਟਾਰਾ ਆਯੋਗ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ। ਸੋ ਇਸ ਚੈਪਟਰ ਦੇ ਵਿੱਚ ਆਪਾਂ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਮਤਲਬ ਵੀ ਜਦੋਂ ਐਸਐਸਸੀ ਤੇ ਇਨਕਮ ਟੈਕਸ ਅਥਾਰਟੀਜ਼ ਦੇ ਵਿੱਚ ਕੋਈ ਡਿਸਪਿਊਟ ਹੋ ਜਾਂਦਾ ਟੈਕਸ ਦੇ ਰਿਗਾਰਡਿੰਗ ਤਾਂ ਉਸ ਡਿਸਪਿਊਟ ਦੀ ਸੈਟਲਮੈਂਟ ਲਈ ਉਹ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਕੋਲੇ ਜਾਂਦੇ ਆ। ਸੋ ਅਸੀਂ ਉਹਦੇ ਬਾਰੇ ਇਸ ਚੈਪਟਰ 'ਚ ਪੜਾਂਗੇ। ਸੋ ਮੀਨਿੰਗ ਆਫ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਤੇ ਆਮਦਨ ਕਰ ਨਿਪਟਾਰਾ ਆਯੋਗ ਭਾਰਤ ਵਿੱਚ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਇੱਕ ਵਿਧਾਨਿਕ ਸੰਸਥਾ ਹੈ। ਇਹ ਸਟੈਚੂਟਰੀ ਆਰਗੇਨਾਈਜੇਸ਼ਨ ਹੈ, ਡਿਸਪਿਊਟ ਹੈਂਡਲ ਕਰਦੀ ਆ। ਕਿਹੜੇ ਡਿਸਪਿਊਟ? ਜਿਹੜੇ ਇਨਕਮ ਟੈਕਸ ਦੇ ਰਿਗਾਰਡਿੰਗ ਡਿਸਪਿਊਟ ਹੁੰਦੇ ਆ। ਸੋ ਭਾਰਤ ਵਿੱਚ ਆਮਦਨ ਕਰ ਅਤੇ ਸੰਪੱਤੀ ਕਰ ਸੰਬੰਧੀ ਆਮਦਨ ਕਰ ਵਿਭਾਗ ਅਤੇ ਐਸਐਸਸੀ ਵਿਚਕਾਰ ਪੈਦਾ ਹੋਏ ਵਿਵਾਦਾਂ ਦਾ ਸਮਾਧਾਨ ਇਹ ਸੰਸਥਾ ਕਰਦੀ ਆ। ਇਹਦੀ ਸਥਾਪਨਾ 1976 ਵਿੱਚ ਹੋਈ ਸੀ। ਸ਼ਾਰਟ ਕੁਐਸਚਨ ਬਣਦਾ ਹੈ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ? 1976 ਦੇ ਵਿੱਚ ਹੋਈ। ਕਿਸ ਦੀ ਸਿਫਾਰਿਸ਼ਾਂ ਦੇ ਅਨੁਸਾਰ ਹੋਈ? ਵਾਂਚੂ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਇਹਦੀ ਸਥਾਪਨਾ ਕੀਤੀ ਗਈ ਸੀ। ਇਸ ਸਮੇਂ ਭਾਰਤ ਵਿੱਚ ਇਸ ਸੰਸਥਾ ਦੇ ਨਵੀਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਦੇ ਵਿੱਚ 4 ਬੈਂਚ ਹਨ। ਮੁੱਖ ਦਫ਼ਤਰ ਨੂੰ ਬੈਂਚ ਕਹਿੰਦੇ ਆ। ਨੈਕਸਟ ਆ ਗਿਆ ਆਪਣੇ ਕੋਲੇ ਆਮਦਨ ਕਰ ਨਿਪਟਾਰਾ ਆਯੋਗ ਦੀਆਂ ਵਿਸ਼ੇਸ਼ਤਾਵਾਂ, ਫੀਚਰਸ ਕੀ ਹੈ ਇਹਦੀਆਂ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਦੀਆਂ। ਸੋ ਇਹਦੀ ਸਥਾਪਨਾ ਆਮਦਨ ਕਰ ਅਧਿਨਿਯਮ ਦੀ ਧਾਰਾ 245 ਬੀ ਅਤੇ ਸੰਪੱਤੀ ਕਰ ਅਧਿਨਿਯਮ ਦੀ ਧਾਰਾ 288 ਅਨੁਸਾਰ ਕੇਂਦਰ ਸਰਕਾਰ ਦੁਆਰਾ ਕੀਤੀ ਗਈ ਹੈ। ਇਹ ਭਾਰਤ ਵਿੱਚ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਇੱਕ ਵਿਧਾਨਿਕ ਸੰਸਥਾ ਹੈ। ਇਸ ਸੰਸਥਾ ਦੇ ਨਵੀਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਵਿੱਚ 4 ਬੈਂਚ ਹਨ। ਇਹ ਡਿਸਪਿਊਟ ਸੈਟਲਮੈਂਟ ਕਰਦੀ ਹੈ ਜਿਹੜੇ ਇਨਕਮ ਟੈਕਸ ਅਤੇ ਪ੍ਰਾਪਰਟੀ ਟੈਕਸ ਦੇ ਰਿਗਾਰਡਿੰਗ ਪੈਦਾ ਹੁੰਦੇ ਆ ਅਸੈਸੀ ਤੇ ਇਨਕਮ ਟੈਕਸ ਆਫਿਸਰ ਦੇ ਵਿੱਚ। ਇਸ ਆਯੋਗ ਵਿੱਚ ਇੱਕ ਚੇਅਰਮੈਨ, ਇੱਕ ਵਾਈਸ ਚੇਅਰਮੈਨ ਅਤੇ ਹਰੇਕ ਬੈਂਚ ਵਿੱਚ 2 ਮੈਂਬਰ ਹੁੰਦੇ ਹਨ। ਇਹ ਆਯੋਗ ਸਜ਼ਾ ਤੇ ਜੁਰਮਾਨੇ ਨੂੰ ਮਾਫ ਕਰਨ ਦਾ ਅਧਿਕਾਰ ਰੱਖਦੀ ਹੈ। ਇਸ ਤਰ੍ਹਾਂ ਦਿੱਤਾ ਗਿਆ ਫੈਸਲਾ ਪੂਰਾ ਅਤੇ ਅੰਤਿਮ ਹੁੰਦਾ ਹੈ। ਇਹ ਆਯੋਗ ਇੱਕ ਵਾਰ ਕਰ ਮਾਫ ਕਰਕੇ ਜਾਂ ਅਚਨਚੇਤ ਗਲਤੀ ਕਰਨ ਵਾਲੇ ਅਸੈਸੀ ਨੂੰ ਮਾਫ ਕਰਕੇ ਉਸ ਨੂੰ ਸਾਫ਼ ਸੁਥਰੀ ਸਥਿਤੀ ਬਣਾਉਣ ਦਾ ਇੱਕ ਮੌਕਾ ਦਿੰਦਾ ਹੈ। ਇਸ ਦਾ ਲਾਭ ਅਸੈਸੀ ਸਾਰੀ ਉਮਰ ਵਿੱਚ ਇੱਕ ਵਾਰ ਪ੍ਰਾਪਤ ਕਰ ਸਕਦਾ ਹੈ। ਆਮਦਨ ਕਰ ਨਿਪਟਾਰਾ ਆਯੋਗ ਦੇ ਉਦੇਸ਼, ਆਬਜੈਕਟਿਵ ਆਫ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ। ਪਹਿਲਾ ਦਾ ਆਬਜੈਕਟਿਵ ਆ ਕੋਈ ਵੀ ਡਿਸਪਿਊਟ ਆ ਜੋ ਅਸੈਸੀ ਤੇ ਇਨਕਮ ਟੈਕਸ ਡਿਪਾਰਟਮੈਂਟ 'ਚ ਪੈਦਾ ਹੋਇਆ ਉਹਨੂੰ ਸੋਲਵ ਕਰਨਾ। ਦੂਜਾ ਇਹਦਾ ਆਬਜੈਕਟਿਵ ਆ ਇੱਕ ਵਾਰ ਕਰ ਮਾਫ ਕਰਕੇ ਜਾਂ ਕੈਜੂਅਲ ਮਿਸਟੇਕ ਜਾਂ ਅਚਨਚੇਤ ਗਲਤੀ ਕਰਨ ਵਾਲੇ ਅਸੈਸੀ ਨੂੰ ਮਾਫ ਕਰਕੇ ਉਸ ਨੂੰ ਸਾਫ਼ ਸੁਥਰੀ ਸਥਿਤੀ ਬਣਾਉਣ ਦਾ ਮੌਕਾ ਪ੍ਰਦਾਨ ਕਰਨਾ। ਤੀਜਾ ਹੈਗਾ ਇੱਕ ਅਸੈਸੀ ਨੂੰ ਆਮਦਨ ਦੀ ਰਿਟਰਨ ਵਿੱਚ ਪਹਿਲਾਂ ਦਿਖਾਈ ਆਮਦਨ ਨਾਲੋਂ ਵੱਧ ਆਮਦਨ ਦਿਖਾਉਣ ਦਾ ਮੌਕਾ ਦੇਣਾ। ਚੌਥਾ ਹੈਗਾ ਆਮਦਨ ਕਰ ਵਿਭਾਗ ਜਾਂ ਅਸੈਸੀ ਵਿਚਕਾਰ ਪੈਦਾ ਹੋਏ ਵਿਵਾਦਾਂ ਦਾ ਪੂਰਾ ਅਤੇ ਅੰਤਮ ਫੈਸਲਾ ਕਰਨਾ। ਇਹ 4 ਆਬਜੈਕਟਿਵ ਇਹਦੇ। ਨੈਕਸਟ ਹੈਗਾ ਆਮਦਨ ਕਰ ਨਿਪਟਾਰਾ ਆਯੋਗ ਦਾ ਕਾਰਜ ਖੇਤਰ, ਸਕੋਪ ਕੀ ਹੈ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਦਾ। ਪਹਿਲਾ ਹੈਗਾ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਕਰ ਸੰਬੰਧੀ ਛਾਣਬੀਨ ਕਰਨ ਤੋਂ ਪੈਦਾ ਹੋਏ ਮਾਮਲਿਆਂ ਨਾਲ ਸੰਬੰਧ ਰੱਖਦਾ ਵਾ। ਦੂਜਾ ਇਨਕਮ ਟੈਕਸ ਦੇ ਅਧਿਕਾਰ ਖੇਤਰ ਵਿੱਚ ਰਿਟਰਨ ਵਿੱਚ ਦਿਖਾਈ ਆਮਦਨ ਤੋਂ ਇਲਾਵਾ 10 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਵਾਲੇ ਮਾਮਲੇ ਸ਼ਾਮਲ ਹਨ। ਤੀਜਾ ਵਿਅਕਤੀਆਂ ਦੇ ਸਮੂਹ ਜਿਸ ਦੀ ਵਿਸ਼ੇਸ਼ ਛਾਣਬੀਨ ਚੱਲ ਰਹੀ ਹੋਵੇ ਉਸ ਸਥਿਤੀ ਵਿੱਚ ਰਿਟਰਨ ਵਿੱਚ ਦਿਖਾਈ ਆਮਦਨ ਤੋਂ ਇਲਾਵਾ 50 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਆਮਦਨ ਵਾਲੇ ਮਾਮਲੇ ਇਸ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਹੁੰਦੇ ਹਨ। ਚੌਥਾ ਇਹ ਬਣਦੇ ਕਰ ਜਾਂ ਵਿਆਜ ਦੀ ਪੂਰੀ ਅਦਾਇਗੀ ਦੇ ਸਬੂਤ ਨਾਲ ਪ੍ਰਾਪਤ ਪ੍ਰਾਰਥਨਾ ਪੱਤਰ ਵਾਲੇ ਮਾਮਲਿਆਂ ਦਾ ਹੀ ਨਿਪਟਾਰਾ ਕਰਦਾ ਹੈ। ਜਿੰਨਾ ਟੈਕਸ ਦੇਤਾ ਤੇ ਜਿੰਨੀ ਉਹਦੇ ਤੇ ਵਿਆਜ ਬਣਦਾ ਉਹ ਸਾਰਾ ਜਮ੍ਹਾਂ ਕਰਾਤਾ, ਉਹਦੇ ਨਾਲ ਐਪਲੀਕੇਸ਼ਨ ਮਿਲੀ ਆ ਫੇਰ ਹੀ ਇਹ ਡੀਲ ਕਰੂਗਾ। ਨੈਕਸਟ ਹੈਗਾ ਆਪਣੇ ਕੋਲ ਟੌਪਿਕ ਆਮਦਨ ਕਰ ਨਿਪਟਾਰਾ ਆਯੋਗ ਦਾ ਸੰਗਠਨਾਤਮਕ ਢਾਂਚਾ, ਆਰਗੇਨਾਈਜੇਸ਼ਨ ਸਟਰਕਚਰ। ਤੇ ਇਹਦਾ ਮੁੱਖ ਦਫ਼ਤਰ ਦਿੱਲੀ ਵਿੱਚ ਆ ਤੇ ਇਹਦੇ 4 ਮੁੱਖ ਬੈਂਚ ਆਪਾਂ ਪਹਿਲਾਂ ਵੀ ਕਰ ਲਿਆ, ਨਵੀਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਦੇ ਵਿੱਚ। ਹਰੇਕ ਬੈਂਚ ਵਿੱਚ ਇੱਕ ਪ੍ਰੈਜ਼ਾਈਡਿੰਗ ਆਫੀਸਰ, ਚੇਅਰਮੈਨ ਜਾਂ ਵਾਈਸ ਚੇਅਰਮੈਨ, 2 ਮੈਂਬਰ, ਰਿਟਾਇਰਡ ਇਨਕਮ ਟੈਕਸ ਆਫੀਸਰ, IR ਆਫੀਸਰ, ਇੱਕ ਸੈਕਟਰੀ ਅਤੇ ਇੱਕ ਡਾਇਰੈਕਟਰ ਸੀਨੀਅਰ IR ਆਫੀਸਰ ਹੁੰਦੇ ਹਨ। ਸੈਕਟਰੀ ਪ੍ਰਬੰਧ ਅਤੇ ਪ੍ਰਸ਼ਾਸਨ ਵਿੱਚ ਸਹਾਇਤਾ ਕਰਦਾ ਹੈ। ਡਾਇਰੈਕਟਰ ਛਾਣਬੀਨ ਸੰਬੰਧੀ ਪ੍ਰਾਰਥਨਾ ਪੱਤਰ ਦੇ ਨਿਪਟਾਰੇ ਵਿੱਚ ਤਕਨੀਕੀ ਸਹਾਇਤਾ ਪ੍ਰਦਾਨ ਕਰਦੇ ਆ। ਨੈਕਸਟ ਹੈ ਆਮਦਨ ਕਰ ਨਿਪਟਾਰਾ ਆਯੋਗ ਨੂੰ ਪ੍ਰਾਰਥਨਾ ਸੰਬੰਧੀ ਨਿਯਮ, ਰੂਲ ਰਿਲੇਟਡ ਟੂ ਫਾਈਲ ਐਂਡ ਐਪਲੀਕੇਸ਼ਨ ਟੂ ਇਨਕਮ ਟੈਕਸ ਕਮਿਸ਼ਨ। ਸੋ ਨਿਯਮ ਦੇ ਵਿੱਚ ਪਹਿਲਾਂ ਅਸੀਂ ਦੇਖਦੇ ਹਾਂ ਪ੍ਰਾਰਥਨਾ ਕਰਨ ਦਾ ਅਧਿਕਾਰ ਕਿਹਦੇ ਕੋਲੇ ਆ।
ਸੋ ਕਹਿੰਦੇ ਇਹਦੇ ਵਿੱਚ ਪ੍ਰਾਰਥਨਾ ਉਹੀ ਅਸੈਸੀ ਕਰ ਰਿਹਾ ਜਿਹਦੇ ਵਿਰੁੱਧ ਹਜੇ ਛਾਣਬੀਨ ਚੱਲ ਰਹੀ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫੋਲੋਇੰਗ ਕੰਡੀਸ਼ਨਸ ਪੂਰੀਆਂ ਹੋਣੀਆਂ ਚਾਹੀਦੀਆਂ। ਪਹਿਲਾਂ ਹੈਗੀ ਹੈ ਜਿਹੜੀ ਛਾਣਬੀਨ ਆ ਉਹ ਆਮਦਨ ਕਰ ਜਾਂ ਸੰਪੱਤੀ ਕਰ ਨਾਲ ਸੰਬੰਧਿਤ ਹੋਣੀ ਚਾਹੀਦੀ ਆ। ਦੂਜੀ ਕੀ ਆ ਵੀ ਉਸਦੇ ਪ੍ਰਾਰਥਨਾ ਪੱਤਰ ਵਿੱਚ ਆਮਦਨ 10 ਲੱਖ ਤੋਂ ਵੱਧ ਹੋਣੀ ਚਾਹੀਦੀ ਆ, ਵੀ ਕੇਸ ਆ ਜਿਹੜਾ 10 ਲੱਖ ਤੋਂ ਵੱਧ ਆਮਦਨ ਦਾ ਹੋਊਗਾ, ਵੀ ਜਿੰਨੀ ਉਹਨੇ ਪਹਿਲਾਂ ਰਿਟਰਨ ਬਣੀ ਆ ਉਸ ਤੋਂ ਉਹਦੀ 10 ਲੱਖ ਰੁਪਏ ਆਮਦਨ ਵੱਧ ਬਣਦੀ ਆ, ਯਾਨੀ ਉਦੋਂ ਵੱਧ ਦਾ ਇਸ਼ੂ ਆ। ਉਸ ਤੋਂ ਬਾਅਦ ਇਸ ਨੇ ਮਾਮਲੇ 'ਚ ਬਣਦੇ ਕਰ ਅਤੇ ਵਿਆਜ ਦੀ ਪੂਰੀ ਅਦਾਇਗੀ ਦੇ ਸਬੂਤ ਪ੍ਰਾਰਥਨਾ ਪੱਤਰ ਨਾਲ ਲਗਾਏ ਹੋਣ, ਫੇਰ ਹੀ ਪ੍ਰਾਰਥਨਾ ਸੁਣੀ ਜਾਊਗੀ। ਉਸ ਤੋਂ ਬਾਅਦ ਆ ਗਿਆ ਪ੍ਰਾਰਥਨਾ ਕਰਨ ਦੀ ਵਿਧੀ। ਪ੍ਰਾਰਥਨਾ ਕਰਨ ਪਹਿਲਾਂ ਦੱਸਤਾ ਵੀ ਪ੍ਰਾਰਥਨਾ ਸਿਰਫ ਉਹੀ ਮਾਮਲਿਆਂ ਨਾਲ ਕੀਤੀ ਜਾਂਦੀ ਜਿਹਦੀ ਛਾਣਬੀਨ ਚੱਲ ਰਹੀ ਆ। ਪ੍ਰਾਰਥਨਾ ਕਰਨ ਦੀ ਵਿਧੀ ਕੀ ਆ? ਪ੍ਰਾਰਥਨਾ ਅਸੈਸੀ ਕਰੂਗਾ ਇੱਕ ਨਿਰਧਾਰਿਤ ਫਾਰਮ ਦੇ ਵਿੱਚ, ਜਿਹੜਾ ਫਾਰਮ ਨੰਬਰ ਹੋਊਗਾ 34B, ਤੇ ਫਾਰਮ ਉੱਪਰ ਅਸੈਸੀ ਦੇ ਸਿਗਨੇਚਰ ਹੋਣੇ ਚਾਹੀਦੇ ਆ ਅਤੇ ਫਾਰਮ ਵਿੱਚ ਪੂਰੀ ਇਨਫੋਰਮੇਸ਼ਨ ਦੇਣੀ ਹੋਣੀ ਚਾਹੀਦੀ ਆ। ਅਧੂਰਾ ਫਾਰਮ ਸਵੀਕਾਰ ਨਹੀਂ ਹੋਊਗਾ। ਦੂਜਾ ਵਾ ਵੀ ਫਾਰਮ ਨਾਲ ਮਾਮਲੇ ਵਿੱਚ ਬਣਦੇ ਕਰ ਅਤੇ ਵਿਆਜ ਦੀ ਅਦਾਇਗੀ ਦੀ ਰਸੀਦ ਲੱਗੀ ਹੋਣੀ ਚਾਹੀਦੀ ਆ। ਤੀਸਰਾ ਵਾ ਵੀ ਪ੍ਰਾਰਥਨਾ ਅਸੈਸੀ ਦੁਆਰਾ ਖੁਦ ਜਾਂ ਏਜੰਟ ਦੇ ਹੱਥ ਉਸ ਦੇ ਖੇਤਰ ਨਾਲ ਸੰਬੰਧਿਤ ਬੈਂਚ ਦੇ ਸੈਕਟਰੀ ਨੂੰ ਦਿੱਤੀ ਜਾਣੀ ਚਾਹੀਦੀ ਆ। ਪ੍ਰਾਰਥਨਾ ਰਜਿਸਟਰਡ ਡਾਕ ਦੁਆਰਾ ਵੀ ਭੇਜੀ ਜਾ ਸਕਦੀ ਆ। ਚੌਥਾ ਹੈਗਾ ਪ੍ਰਾਰਥਨਾ ਦੇ ਨਾਲ ਨਿਰਧਾਰਿਤ ਫੀਸ 500 ਰੁਪਏ ਜਮ੍ਹਾਂ ਕਰਵਾਉਣੀ ਪੈਂਦੀ ਆ। ਨੈਕਸਟ ਹੈਗਾ ਪ੍ਰਾਰਥਨਾ ਪੱਤਰ ਵਿੱਚ ਗਲਤੀ ਹੋਣ ਤੇ ਉਸ ਨੂੰ ਦੁਬਾਰਾ ਦਰੁਸਤ ਕਰਨ ਲਈ ਵਾਪਸ ਦੇ ਦਿੱਤਾ ਜਾਂਦਾ ਵਾ। ਜੇ ਪ੍ਰਾਰਥਨਾ ਵਿੱਚ ਕੋਈ ਗਲਤੀ ਨਹੀਂ ਆ ਤਾਂ ਉਸ ਦਾ ਨੰਬਰ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ। ਇਹ ਪ੍ਰਾਰਥਨਾ ਕਰਨ ਦੀ ਵਿਧੀ ਹੋ ਗਈ। ਦੈਨ ਆ ਗਿਆ ਪ੍ਰਾਰਥਨਾ ਦਾ ਖਾਰਜ ਹੋਣਾ। ਇਸ ਸੰਬੰਧੀ ਨਿਯਮ ਕੀ ਆ? ਨਿਪਟਾਰਾ ਯੋਗ ਅਧਿਨਿਯਮ ਦੀ ਧਾਰਾ 245 ਦੇ ਅਨੁਸਾਰ ਪ੍ਰਾਰਥਨਾ ਪੱਤਰ ਨੂੰ ਪ੍ਰਾਪਤ ਹੋਣ ਤੋਂ 14 ਦਿਨਾਂ ਦੇ ਵਿੱਚ ਖਾਰਜ ਕੀਤਾ ਜਾ ਸਕਦਾ ਵਾ। ਜੇ 14 ਦਿਨਾਂ 'ਚ ਖਾਰਜ ਨਹੀਂ ਹੋਇਆ ਤਾਂ ਇਹ ਸਵੀਕਾਰ ਕੀਤਾ ਮੰਨਿਆ ਜਾਊਗਾ। ਹੇਠ ਲਿਖੀਆਂ ਸਥਿਤੀਆਂ ਵਿੱਚ ਪ੍ਰਾਰਥਨਾ ਪੱਤਰ ਖਾਰਜ ਕੀਤਾ ਜਾ ਸਕਦਾ। ਪ੍ਰਾਰਥਨਾ ਪੱਤਰ ਕਦੋਂ ਖਾਰਜ ਕੀਤਾ ਜਾ ਸਕਦਾ? ਪਹਿਲਾ ਹੈਗਾ ਜੇ ਰਿਟਰਨ ਵਿੱਚ ਦਿਖਾਈ ਆਮਦਨ ਤੋਂ ਇਲਾਵਾ ਕਰ 10 ਲੱਖ ਰੁਪਏ ਤੋਂ ਘੱਟ ਹੋਵੇ ਤਾਂ ਇਹ ਖਾਰਜ ਹੋਊਗਾ। ਵਿਅਕਤੀਆਂ ਦੇ ਸਮੂਹ ਜਿਹਦੀ ਵਿਸ਼ੇਸ਼ ਜਾਂਚ ਚੱਲ ਰਹੀ ਹੈ ਉਸ ਸਥਿਤੀ ਵਿੱਚ ਜੇ 50 ਲੱਖ ਰੁਪਏ ਤੋਂ ਘੱਟ ਦਾ ਮਾਮਲਾ ਹੋਵੇ ਉਹ ਵੀ ਖਾਰਜ ਹੋ ਜਾਊਗਾ। ਉਸ ਤੋਂ ਬਾਅਦ ਦੂਜਾ ਹੈਗਾ ਜੇ ਐਸਐਸਸੀ ਤੇ 1 ਜੂਨ 2007 ਤੋਂ ਪਹਿਲਾਂ ਦਾ ਮਾਮਲਾ ਚੱਲ ਰਿਹਾ ਹੋਵੇ ਤੇ ਉਸ ਦੇ ਇਸ ਮਿਤੀ ਤੋਂ ਬਾਅਦ ਦੁਬਾਰਾ ਪ੍ਰਾਰਥਨਾ ਨਾ ਕੀਤੀ ਹੋਵੇ ਤਾਂ ਵੀ ਖਾਰਜ ਹੋ ਸਕਦਾ। ਤੀਜਾ ਜੇ ਮਾਮਲੇ ਜਿਸ ਸੰਬੰਧੀ ਪ੍ਰਾਰਥਨਾ ਦੀ ਛਾਣਬੀਣ ਪੂਰੀ ਹੋ ਚੁੱਕੀ ਹੋਵੇ ਤਾਂ ਵੀ ਖਾਰਜ ਹੋ ਸਕਦਾ। ਚੌਥਾ ਜੇ ਮਾਮਲੇ ਦੇ ਬਣਦੇ ਕਰ ਅਤੇ ਵਿਆਜ ਅਤੇ ਪ੍ਰਾਰਥਨਾ ਦੀ ਫੀਸ ਜਮ੍ਹਾਂ ਨਾ ਕਰਵਾਈ ਹੋਵੇ। ਨੈਕਸਟ ਹੈਗਾ ਆਮਦਨ ਕਰ ਦਾ ਕਮਿਸ਼ਨਰ ਜਿਸ ਨੂੰ ਇਹ ਮਾਮਲਾ ਰਿਪੋਰਟ ਕਰਨ ਲਈ ਦਿੱਤਾ ਹੈ ਇੱਕ ਮੌਕਾ ਦੇਣ ਤੋਂ ਬਾਅਦ ਪ੍ਰਾਰਥਨਾ ਨੂੰ ਖਾਰਜ ਕਰ ਸਕਦਾ ਹੈ। ਇਸ ਤਰ੍ਹਾਂ ਇਹ ਖਾਰਜ ਹੋ ਸਕਦਾ। ਨੈਕਸਟ ਹੈਗਾ ਆਪਣੇ ਕੋਲੇ ਆਮਦਨ ਕਰ ਨਿਪਟਾਰਾ ਉਦਯੋਗ ਦੁਆਰਾ ਨਿਪਟਾਰਾ ਕਰਨ ਦੀ ਵਿਧੀ। ਪ੍ਰੋਸੀਜਰ ਟੂ ਸੈਟਲ ਪੇ ਡਿਸਪਿਊਟ ਬਾਈ ਇਨਕਮ ਟੈਕਸ ਕਮਿਸ਼ਨ। ਧਾਰਾ 45 ਦੇ ਵਿੱਚ ਇਹਦੀ ਵਿਧੀ ਦੱਸੀ ਆ ਵੀ ਨਿਪਟਾਰੇ ਨੂੰ ਸੈਟਲ ਕਿਵੇਂ ਕਰਨਾ। ਪਹਿਲਾ ਹੈਗਾ ਵੀ ਪ੍ਰਾਰਥਨਾ ਸਵੀਕਾਰ ਕਰਨਾ। ਅਸੈਸੀ ਪ੍ਰਾਰਥਨਾ ਕਰਦਾ ਵਾ ਜੇ ਸਾਰੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਵਾ ਤਾਂ ਆਯੋਗ ਇਹਨੂੰ ਸਵੀਕਾਰ ਕਰ ਲੈਂਦਾ ਵਾ। ਪ੍ਰਾਰਥਨਾ ਪੱਤਰ ਆਮਦਨ ਕਰ ਆਯੋਗ ਨੂੰ ਭੇਜਣਾ। ਜਦੋਂ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਪ੍ਰਾਰਥਨਾ ਪ੍ਰਾਪਤ ਕਰ ਲੈਂਦਾ ਵਾ ਤਾਂ ਇਹ ਧਾਰਾ 9 ਅਨੁਸਾਰ ਆਮਦਨ ਕਰ ਆਯੋਗ ਨੂੰ ਰਿਪੋਰਟ ਕਰਨ ਲਈ ਭੇਜੀ ਜਾਂਦੀ ਆ। ਆਯੋਗ ਤੋਂ ਰਿਪੋਰਟ ਪ੍ਰਾਪਤ ਕਰਨਾ। ਆਮਦਨ ਕਰ ਨਿਪਟਾਰਾ ਆਯੋਗ ਦੁਆਰਾ 45 ਦਿਨਾਂ ਵਿੱਚ ਇਸ ਸੰਬੰਧੀ ਰਿਪੋਰਟ ਪ੍ਰਾਪਤ ਕੀਤੀ ਜਾਂਦੀ ਹੈ। ਲੋੜ ਪੈਣ ਦੇ ਸਮੇਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਅਸੈਸੀ ਦੁਆਰਾ ਜਵਾਬ ਪ੍ਰਾਪਤ ਕਰਨਾ ਅਤੇ ਵਿਚਾਰ ਵਟਾਂਦਰਾ ਕਰਨਾ। ਇਸ ਰਿਪੋਰਟ ਤੋਂ ਅਸੈਸੀ ਤੋਂ ਜਵਾਬ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਆਮਦਨ ਕਰ ਉਦਯੋਗ ਨੂੰ ਭੇਜਿਆ ਜਾਂਦਾ ਹੈ। ਆਮਦਨ ਕਰ ਉਦਯੋਗ ਇਸ ਪ੍ਰਾਰਥਨਾ ਸੰਬੰਧੀ ਵਿਚਾਰ ਵਟਾਂਦਰਾ ਕਰਦਾ ਹੈ। ਸੁਣਵਾਈ ਦੀ ਮਿਤੀ ਨਿਸ਼ਚਿਤ ਕਰਨਾ। ਵਿਚਾਰ ਵਟਾਂਦਰੇ ਤੋਂ ਬਾਅਦ ਨਿਪਟਾਰਾ ਆਯੋਗ ਨੋਟਿਸ ਜਾਰੀ ਕਰਦਾ ਹੈ ਅਤੇ ਸੁਣਵਾਈ ਦੀ ਮਿਤੀ ਨਿਸ਼ਚਿਤ ਕਰ ਲੈਂਦਾ ਹੈ। 6ਵਾਂ ਸਟੈਪ ਆ ਗਿਆ ਸੁਣਵਾਈ ਹੋਣਾ। ਨਿਸ਼ਚਿਤ ਮਿਤੀ ਵਾਲੇ ਦਿਨ ਪ੍ਰਾਰਥਨਾ ਕਰਤਾ ਅਤੇ ਆਮਦਨ ਕਰ ਆਯੋਗ ਦਾ ਪ੍ਰਤੀਨਿਧੀ ਨਿਪਟਾਰਾ ਆਯੋਗ ਸਾਹਮਣੇ ਪੇਸ਼ ਹੁੰਦੇ ਆ। ਨਿਪਟਾਰਾ ਆਯੋਗ ਉਹਨਾਂ ਦੇ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਦਾ ਵਾ। ਜੇ ਉਹਨੂੰ ਲੱਗਦਾ ਵੀ ਹੋਰ ਛਾਣਬੀਣ ਹੋਣੀ ਚਾਹੀਦੀ ਹੈ ਉਹ ਹੋਰ ਛਾਣਬੀਣ ਲਈ ਇੱਕ ਅਧਿਕਾਰੀ ਨੂੰ ਆਦੇਸ਼ ਦੇ ਸਕਦਾ। ਫੈਸਲਾ ਕਰਨਾ। ਜਦੋਂ ਹੁਣ ਦੋਨੇ ਪੱਖਾਂ ਦੇ ਵਿਚਾਰ ਸੁਣ ਲਏ, ਦਲੀਲਾਂ ਸੁਣ ਲਈ ਤੋ ਆਮਦਨ ਕਰ ਆਯੋਗ ਇੱਕ ਰਿਟਨ ਫੈਸਲਾ ਦਿੰਦਾ ਵਾ। ਇਸ ਫੈਸਲੇ ਸੰਬੰਧੀ ਸਾਰੀਆਂ ਸ਼ਰਤਾਂ ਦਾ ਇਹਦੇ ਵਿੱਚ ਵਰਣਨ ਹੁੰਦਾ ਵਾ। ਸੰਸ਼ੋਧਨ ਕਰਨਾ। ਫੈਸਲਾ ਦੋਵੇਂ ਪੱਖਾਂ ਨੂੰ ਸੁਣਾਇਆ ਜਾਂਦਾ ਹੈ। ਜੇ ਫੈਸਲੇ ਵਿੱਚ ਕਿਸੇ ਤਰ੍ਹਾਂ ਦੇ ਸੰਸ਼ੋਧਨ ਯਾਨੀ ਚੇਂਜ ਕਰਨ ਦੀ ਜ਼ਰੂਰਤ ਆ ਤਾਂ ਫੈਸਲਾ ਹੋਣ ਤੋਂ 6 ਮਹੀਨਿਆਂ ਦੇ ਵਿੱਚ ਇਹਦੇ ਵਿੱਚ ਕੋਈ ਚੇਂਜ ਕੀਤਾ ਜਾ ਸਕਦਾ। ਸੋ ਇਹ ਸੀਗੀ ਪ੍ਰੋਸੀਜਰ ਵੀ ਉਹ ਪ੍ਰਾਰਥਨਾ ਸਵੀਕਾਰ ਕਰੂਗਾ, ਆਯੋਗ ਨੂੰ ਭੇਜੂਗਾ ਤੇ ਫਿਰ ਆਯੋਗ ਤੋਂ ਰਿਪੋਰਟ ਪ੍ਰਾਪਤ ਕਰੂਗਾ, ਅਸੈਸੀ ਦਾ ਜਵਾਬ ਮੰਗੂਗਾ, ਸੁਣਵਾਈ ਦੀ ਨਿਸ਼ਚਿਤ ਕਰੂਗਾ, ਫਿਰ ਉਹ ਦਿਨ ਸੁਣਵਾਈ ਹੋ ਜਾਊਗੀ, ਫਿਰ ਫੈਸਲਾ ਹੋ ਜਾਊਗਾ। ਜੇ ਫੈਸਲਾ ਸਾਰਿਆਂ ਨੂੰ ਠੀਕ ਆ ਤਾਂ ਠੀਕ ਆ, ਨਹੀਂ ਤਾਂ 6 ਮਹੀਨਿਆਂ ਦੇ ਵਿੱਚ ਉਹ ਚੇਂਜ ਵੀ ਹੋ ਸਕਦਾ। ਨੈਕਸਟ ਹੈਗਾ ਨਿਪਟਾਰਾ ਆਯੋਗ ਦੀਆਂ ਸ਼ਕਤੀਆਂ। ਆਮਦਨ ਕਰ ਨਿਪਟਾਰਾ ਆਯੋਗ ਦੀਆਂ ਸ਼ਕਤੀਆਂ। ਪਾਵਰ ਐਂਡ ਰਾਈਟ ਆਫ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ। ਇਹ ਇੰਪੋਰਟੈਂਟ ਕੁਐਸਚਨ ਆ, ਬਹੁਤ ਵਾਰ ਆਇਆ ਪੇਪਰ ਦੇ ਵਿੱਚ।
ਸ਼ਕਤੀਆਂ ਦੇ ਵਿੱਚ ਪਹਿਲਾ ਹੈਗਾ ਆਮਦਨ ਕਰ ਅਧਿਕਾਰੀਆਂ ਵਾਲੇ ਅਧਿਕਾਰ। ਧਾਰਾ 145 ਦੇ ਅਨੁਸਾਰ ਨਿਪਟਾਰਾ ਆਯੋਗ ਕੋਲੇ ਇਨਕਮ ਟੈਕਸ ਆਫਿਸਰਸ ਵਾਲੇ ਸਾਰੇ ਅਧਿਕਾਰ ਪ੍ਰਾਪਤ ਹੁੰਦੇ ਹਨ। ਦੂਜਾ, ਰਿਪੋਰਟ ਦਾ ਨਿਰੀਖਣ ਤੇ ਉਤਾਰਾ ਜਾਰੀ ਕਰਨਾ। ਮਾਮਲੇ ਦੀ ਸੁਣਵਾਈ ਦੇ ਦੌਰਾਨ ਗੁਪਤ ਰਿਪੋਰਟਾਂ ਦਾ ਨਿਰੀਖਣ ਇਹ ਕਰ ਸਕਦਾ ਵਾ ਤੇ ਪ੍ਰਾਰਥਨਾ ਪੱਤਰ ਦੀ ਮੰਗ ਤੇ ਨਿਰਧਾਰਿਤ ਫੀਸ ਦੇ ਬਦਲੇ ਇਹਨਾਂ ਰਿਪੋਰਟਾਂ ਦਾ ਉਤਾਰਾ ਜਾਰੀ ਕਰ ਸਕਦਾ ਵਾ। ਸਜ਼ਾ ਤੇ ਜੁਰਮਾਨਾ ਮਾਫੀ। ਪ੍ਰਾਰਥਨਾ ਕਰਨ ਤੇ ਚੰਗੇ ਆਚਰਣ, ਸਹਿਯੋਗ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ ਤੇ ਆਯੋਗ ਕਿਸੇ ਵੀ ਅਸੈਸੀ ਨੂੰ ਮਾਫ ਕਰ ਸਕਦਾ ਵਾ, ਸਜ਼ਾ ਤੇ ਜੁਰਮਾਨੇ ਤੋਂ ਮੁਕਤ ਕਰ ਸਕਦਾ। ਜੇ ਬਾਅਦ ਵਿੱਚ ਪਤਾ ਲੱਗਦਾ ਹੈ ਪ੍ਰਾਰਥਨਾਕਰਤਾ ਨੇ ਜਿਹੜੀ ਜਾਣਕਾਰੀ ਦਿੱਤੀ ਉਹ ਗਲਤ ਆ ਤਾਂ ਮਾਫੀ ਸੰਬੰਧੀ ਆਪਣਾ ਫੈਸਲਾ ਬਦਲ ਵੀ ਸਕਦਾ ਵਾ। ਮਾਮਲਾ ਵਾਪਸ ਕਰਨਾ। ਜੇ ਪ੍ਰਾਰਥਨਾਕਰਤਾ ਇੱਕ ਵਾਰ ਤਾਂ ਮਾਮਲਾ ਲਾ ਦਿੰਦਾ, ਬਾਅਦ ਚ ਉਹਦੀ ਛਾਣਬੀਨ ਦੇ ਵਿੱਚ ਸਹਿਯੋਗ ਨਹੀਂ ਕਰਦਾ, ਅਸੈਸੀ ਸਹਿਯੋਗ ਨਹੀਂ ਕਰਦਾ, ਤਾਂ ਆਯੋਗ ਮਾਮਲੇ ਨੂੰ ਵਾਪਸ ਆਮਦਨ ਕਰ ਅਧਿਕਾਰੀ ਕੋਲੇ ਭੇਜ ਸਕਦਾ ਵਾ। ਕਰਨ ਅਧਿਕਾਰੀ ਹੀ ਛਾਣਬੀਨ ਕਰਕੇ ਵਾਪਸ ਪ੍ਰਾਪਤ ਮਾਮਲਿਆਂ ਦੇ ਫੈਸਲੇ ਕਰ ਦਿੰਦਾ ਵਾ। ਅੰਤਿਮ ਫੈਸਲਾ ਕਰਨਾ। ਮਾਮਲੇ ਦੇ ਸੰਬੰਧ ਵਿੱਚ ਦੋਨਾਂ ਪੱਖਾਂ ਦੇ ਵਿਚਕਾਰ ਵਿਚਾਰ ਅਤੇ ਦਲੀਲਾਂ ਸੁਣਨ ਤੋਂ ਬਾਅਦ ਇਹ ਆਯੋਗ ਅੰਤਿਮ ਫੈਸਲਾ ਕਰਦਾ ਵਾ। ਫੈਸਲੇ ਅਨੁਸਾਰ ਰਕਮ ਵਸੂਲ ਕਰਨਾ। ਇਹ ਆਯੋਗ ਹੀ ਹੁੰਦਾ ਵਾ ਜਿਹੜਾ ਪ੍ਰਾਰਥਨਾਕਰਤਾ ਤੋਂ ਫੈਸਲੇ ਦੇ ਅਨੁਸਾਰ ਰਕਮ ਵਸੂਲ ਕਰ ਸਕਦਾ ਵਾ। ਇਸ ਵਸੂਲੀ ਲਈ ਅਤੇ ਵਸੂਲੀ ਨਾ ਹੋਣ ਤੇ ਆਯੋਗ ਸਾਰੇ ਅਧਿਕਾਰ ਵਰਤ ਸਕਦਾ ਵਾ ਜੋ ਆਮਦਨ ਕਰ ਅਧਿਕਾਰੀ ਕੋਲੇ ਹੁੰਦੇ ਆ। ਮਾਮਲਿਆਂ ਤੇ ਦੁਬਾਰਾ ਵਿਚਾਰ ਕਰਨਾ। ਨਿਪਟਾਰਾ ਆਯੋਗ ਕਾਰਨ ਦੱਸਦੇ ਹੋਏ ਸੁਲਝਾਏ ਮਾਮਲਿਆਂ ਨੂੰ ਪ੍ਰਾਰਥਨਾਕਰਤਾ ਦੀ ਸਹਿਮਤੀ ਨਾਲ ਦੁਬਾਰਾ ਵਿਚਾਰ ਕਰਨ ਦਾ ਅਧਿਕਾਰ ਰੱਖਦਾ ਹੈ। ਮਤਲਬ ਇੱਕ ਵਾਰ ਫੈਸਲਾ ਹੋ ਗਿਆ ਤਾਂ ਉਹਨੂੰ ਦੁਬਾਰਾ ਵਿਚਾਰ ਕਰ ਸਕਦਾ ਵਾ ਜੇ ਉਹਨੂੰ ਪ੍ਰਾਰਥਨਾ ਮਿਲਦੀ ਆ। ਮਾਮਲੇ ਕਰ ਨਿਰਧਾਰਨ ਦੇ 9 ਸਾਲ ਤੱਕ ਦੁਬਾਰਾ ਵਿਚਾਰੇ ਜਾ ਸਕਦੇ ਹਨ। ਦੁਬਾਰਾ ਪ੍ਰਾਰਥਨਾ ਤੇ ਰੋਕ। ਜੇ ਪ੍ਰਾਰਥਨਾਕਰਤਾ ਦੁਆਰਾ ਪਹਿਲਾ ਪ੍ਰਾਰਥਨਾ ਪੱਤਰ ਵਿੱਚ ਗਲਤ ਜਾਣਕਾਰੀ ਦਿੱਤੀ ਗਈ ਸੀ ਜਿਸ ਕਾਰਨ ਉਸ ਨੂੰ ਜੁਰਮਾਨਾ ਹੋ ਜਾਂਦਾ ਹੈ ਤਾਂ ਆਯੋਗ ਇਸ ਤਰ੍ਹਾਂ ਦੇ ਵਿਅਕਤੀ ਨੂੰ ਦੁਬਾਰਾ ਪ੍ਰਾਰਥਨਾ ਪੱਤਰ ਦੇਣ ਤੇ ਰੋਕ ਲਗਾ ਸਕਦਾ ਹੈ। ਇਹ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਦੇ ਰਾਈਟਸ ਆ। ਸਾਰੇ ਇਨਕਮ ਟੈਕਸ ਵਾਲੇ ਰਾਈਟ ਹੁੰਦੇ ਆ ਇਹਦੇ ਕੋਲੇ। ਇਹ ਰਿਪੋਰਟ ਤੇ ਨਿਰੀਖਣ ਕਰ ਸਕਦਾ ਵਾ, ਸਜ਼ਾ ਜਾਂ ਮਾਫੀ ਦੇ ਸਕਦਾ ਵਾ, ਮਾਮਲੇ ਨੂੰ ਵਾਪਸ ਕਰ ਸਕਦਾ, ਅੰਤਿਮ ਫੈਸਲਾ ਕਰ ਸਕਦਾ, ਫੈਸਲੇ ਅਨੁਸਾਰ ਰਕਮ ਵਸੂਲ ਕਰ ਸਕਦਾ, ਮਾਮਲਿਆਂ ਤੇ ਦੁਬਾਰਾ ਵਿਚਾਰ ਕਰ ਸਕਦਾ, ਦੁਬਾਰਾ ਪ੍ਰਾਰਥਨਾ ਤੇ ਰੋਕ ਵੀ ਲਗਾ ਸਕਦਾ। ਨੈਕਸਟ ਆ ਗਿਆ ਵਾਧੂ ਆਮਦਨ ਕਰ ਸੰਬੰਧੀ ਨਿਯਮ। ਐਡੀਸ਼ਨਲ ਇਨਕਮ ਟੈਕਸ ਰੂਲਸ ਰਿਗਾਰਡਿੰਗ ਐਡੀਸ਼ਨਲ ਇਨਕਮ ਟੈਕਸ। ਜਦੋਂ ਇਨਵੈਸਟੀਗੇਸ਼ਨ ਹੋ ਰਹੀ ਆ, ਜੇ ਅਸੈਸੀ ਦੀ ਕਰ ਦੇਣਦਾਰੀ ਕਰ ਅਧਿਕਾਰੀਆਂ ਦੁਆਰਾ ਨਿਸ਼ਚਿਤ ਕੀਤੀ ਜਾਂਦੀ ਆ। ਜਦੋਂ ਇਨਵੈਸਟੀਗੇਸ਼ਨ ਹੋ ਰਹੀ ਤਾਂ ਹੁਣ ਟੈਕਸ ਲਾਇਬਿਲਿਟੀ ਕੌਣ ਫਿਕਸ ਕਰੂਗਾ? ਇਨਕਮ ਟੈਕਸ ਆਫਿਸਰ। ਇਸ ਲਈ ਕਈ ਵਾਰ ਅਸੈਸੀ ਨੂੰ ਜਮ੍ਹਾਂ ਕਰਵਾਏ ਕਰ ਤੋਂ ਵੱਖਰੀ ਹੋਰ ਕਰ ਦੇ ਰੂਪ ਵਿੱਚ ਜਮ੍ਹਾਂ ਕਰਵਾਉਣੀ ਪੈਂਦੀ ਆ। ਇਹਨੂੰ ਵਾਧੂ ਕਰ ਕਿਹਾ ਜਾਂਦਾ ਹੈ। ਇਸ ਸੰਬੰਧੀ ਨਿਯਮ ਕੀ ਆ? ਵਾਧੂ ਕਰ ਗਿਆਤ ਕਰਨਾ। ਵਾਧੂ ਕਰ ਗਿਆਤ ਕਰਨ ਦੀ ਵਿਧੀ ਦੀ ਹੇਠ ਲਿਖੇ ਅਨੁਸਾਰ ਹੈ। ਜੇ ਆਮਦਨ ਕਰ ਰਿਟਰਨ ਪੇਸ਼ ਨਹੀਂ ਕੀਤੀ, ਜੇ ਪਿਛਲੇ ਸਾਲ ਅਸੈਸੀ ਨੇ ਆਮਦਨ ਕਰ ਰਿਟਰਨ ਪੇਸ਼ ਨਹੀਂ ਕੀਤੀ ਤਾਂ ਘੋਸ਼ਿਤ ਆਮਦਨ ਨੂੰ ਹੀ ਕੁੱਲ ਆਮਦਨ ਮੰਨਿਆ ਜਾਵੇਗਾ। ਇਹ ਕੁੱਲ ਆਮਦਨ ਦੇ ਆਧਾਰ ਤੇ ਕਰ ਗਿਆਤ ਕੀਤਾ ਜਾਵੇਗਾ। ਜੇ ਆਮਦਨ ਕਰ ਰਿਟਰਨ ਪੇਸ਼ ਕੀਤੀ ਹੈ ਪਰ ਕਰ ਨਿਰਧਾਰਨ ਨਹੀਂ ਹੋਇਆ, ਇਸ ਸਥਿਤੀ ਵਿੱਚ ਰਿਟਰਨ ਵਿੱਚ ਦਰ ਆਮਦਨ ਵਿੱਚ ਘੋਸ਼ਿਤ ਆਮਦਨ ਜੋੜ ਕੇ ਕਰ ਗਿਆਤ ਕੀਤਾ ਜਾਵੇਗਾ। ਜੇ ਆਮਦਨ ਕਰ ਰਿਪੋਰਟ ਪੇਸ਼ ਕੀਤੀ ਹੈ ਅਤੇ ਕਰ ਨਿਰਧਾਰਨ ਵੀ ਹੋਇਆ ਹੈ, ਇਸ ਸਥਿਤੀ ਵਿੱਚ ਕਰ ਨਿਰਧਾਰਨ ਵਿੱਚ ਨਿਸ਼ਚਿਤ ਆਮਦਨ ਵਿੱਚ ਘੋਸ਼ਿਤ ਆਮਦਨ ਜੋੜ ਕੇ ਕਰ ਗਿਆਤ ਕੀਤਾ ਜਾਵੇਗਾ। ਇਸ ਤਰ੍ਹਾਂ ਗਿਆਤ ਕੀਤੇ ਕਰ ਵਿੱਚੋਂ ਆਮਦਨ ਦੀ ਥਾਂ ਕਰ ਦੀ ਕਟੌਤੀ, ਅਗੇਤਾ ਕਰ ਅਤੇ ਆਪਣੇ ਆਪ ਕਰ ਨਿਰਧਾਰਨ ਦੇ ਆਧਾਰ ਤੇ ਗਿਆਤ ਕਰ ਨੂੰ ਘਟਾ ਦਿੱਤਾ ਜਾਵੇਗਾ। ਬਾਕੀ ਰਕਮ ਵਾਧੂ ਕਰ ਦੀ ਰਾਸ਼ੀ ਹੋਵੇਗੀ। ਦੇਖੋ ਐਡੀਸ਼ਨਲ ਟੈਕਸ, ਜਿਵੇਂ ਆਪਾਂ ਕਹਿੰਦੇ ਨਾ ਐਡੀਸ਼ਨਲ ਟੈਕਸ 10 ਲੱਖ ਤੋਂ ਜ਼ਿਆਦਾ ਹੋਵੇ ਤਾਂ ਹੀ ਉਹਨੇ ਮਾਮਲੇ ਸਵੀਕਾਰ ਕਰਨੇ। ਐਡੀਸ਼ਨਲ ਟੈਕਸ ਦੀ ਰਕਮ ਕਿਵੇਂ ਪਤਾ ਕਰਨੀ ਆ? ਪਹਿਲਾਂ ਜੇ ਰਿਟਰਨ ਪੇਸ਼ ਨਹੀਂ ਕੀਤੀ ਤਾਂ ਘੋਸ਼ਿਤ ਆਮਦਨ ਨੂੰ ਹੀ ਮੰਨ ਲਿਆ ਜਾਊਗਾ। ਜੇ ਰਿਟਰਨ ਪੇਸ਼ ਹੋਈ ਆ ਤਾਂ ਘੋਸ਼ਿਤ ਆਮਦਨ ਉਹਦੀ ਰਿਟਰਨ ਵਾਲੀ ਇਨਕਮ ਦੇ ਜੋੜ ਦਿੱਤੀ ਜਾਏਗੀ। ਜੇ ਰਿਟਰਨ ਪੇਸ਼ ਵੀ ਹੋਇਆ, ਨਿਰਧਾਰਨ ਵੀ ਹੋਇਆ ਵਾ, ਤਾਂ ਸਾਰੀ ਆਮਦਨ ਜਿਹੜੀ ਜੋੜ ਕੇ ਆਈ ਉਹਦੇ ਵਿੱਚੋਂ ਡਿਡਕਸ਼ਨਸ ਕਰ ਦੇਣੀ ਆ, ਐਡਵਾਂਸ ਟੈਕਸ ਘਟਾ ਦੇਣਾ ਵਾ, ਸੈਲਫ ਅਸੈਸਮੈਂਟ ਦੇ ਅਕੋਰਡਿੰਗਲੀ ਟੈਕਸ ਘਟਾ ਦੇਣਾ ਵਾ, ਉਹ ਵਾਧੂ ਆ ਜਾਊਗੀ। ਵਾਧੂ ਕਰ ਜਮ੍ਹਾਂ ਕਰਾਉਣਾ। ਆਮਦਨ ਕਰ ਨਿਪਟਾਰਾ ਆਯੋਗ ਮਾਮਲਿਆਂ ਦੇ ਫੈਸਲੇ ਕਰਨ ਤੋਂ ਬਾਅਦ ਪ੍ਰਾਰਥਨਾਕਰਤਾ ਨੇ, ਜਦੋਂ ਹੁਣ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਨੇ ਫੈਸਲਾ ਕਰਤਾ ਤਾਂ ਜਿਹਨੇ ਪ੍ਰਾਰਥਨਾ ਕੀਤੀ ਉਹਨੇ 35 ਦਿਨਾਂ ਦੇ ਅੰਦਰ ਵਾਧੂ ਕਰ ਦੀ ਰਕਮ ਜਮ੍ਹਾਂ ਕਰਵਾਉਣੀ ਹੁੰਦੀ ਆ। 35 ਦਿਨਾਂ ਤੋਂ ਬਾਅਦ ਰਕਮ ਜਮ੍ਹਾਂ ਕਰਵਾਉਣ ਦੇ ਕੇਸ ਦੇ ਵਿੱਚ ਰਕਮ ਦੇ ਨਾਲ 15% ਸਾਲਾਨਾ ਦੇ ਹਿਸਾਬ ਨਾਲ ਵਿਆਜ ਵੀ ਜਮ੍ਹਾਂ ਕਰਾਉਣਾ ਪੈਂਦਾ ਵਾ। ਇਹ ਸੀਗਾ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਦਾ ਚੈਪਟਰ। ਥੈਂਕਸ ਫॉर ਵਾਚਿੰਗ। ਸੋ ਜੇ ਕੋਈ ਮਤਲਬ ਕੁਐਰੀ ਹੈ, ਕੁਐਸਚਨ ਆ ਤਾਂ ਤੁਸੀਂ ਕਮੈਂਟ 'ਚ ਪੋਸਟ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰੋ।